ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋਏ ਮਰੀਜ਼, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਹੋ ਗਏ ਨੇ ਠੀਕ। ਸਰੀ ਤੋਂ ਇੱਕ ਵਾਲਮਾਰਟ ਦੇ ਕਾਮੇ ਨੂੰ ਪਾਇਆ ਗਿਆ ਕੋਰੋਨਾ ਵਾਇਰਸ ਤੋਂ ਪੀੜਤ। ਇੱਕ ਲੋਕਲ ਅਖਬਾਰ ਨੂੰ ਵਾਲਮਾਰਟ ਨੇ ਕੀਤੀ ਇਸ ਦੀ ਪੁਸ਼ਟੀ। ਦੱਸਾਂਗੇ ਓਨਟਾਰੀਓ ਵਿੱਚ ਕਿੱਥੇ ਖੇਤੀਬਾੜੀ ਕਾਮਿਆਂ ਦਰਮਿਆਨ ਫੈਲਿਆ ਕੋਰੋਨਾ ਵਾਇਰਸ। ਹੁਣ ਤੱਕ ਇੱਕੋ ਥਾਂ ਤੋਂ 40 ਕਾਮਿਆਂ ਨੂੰ ਹੋਇਆ ਕੋਵਿਡ-19। ਕੋਵਿਡ-19 ਦੌਰਾਨ ਜਿੱਥੇ ਘਰਾਂ ਵਿੱਚ ਹਨ ਜ਼ਿਆਦਾ ਲੋਕ ਤਾਂ ਗੈਰ ਕਾਨੂੰਨੀ ਤੌਰ ਤੇ ਘਰ ਦਾ ਸਮਾਨ ਸੁੱਟਣ 'ਚ ਵੱਡੇ ਪੱਧਰ ਤੇ ਵਾਧਾ। ਦੱਸਾਂਗੇ ਇਸ ਤਰ੍ਹਾਂ ਗੰਦਗੀ ਫੈਲਾਉਣ ਵਾਲਿਆਂ ਦੇ ਲਈ ਕੀ ਹਦਾਇਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਫਲੂ ਵਰਗੇ ਲੱਛਣ ਹੋਣ ਤੇ ਵੀ ਹੋਵੇਗਾ ਕੋਵਿਡ-19 ਦਾ ਟੈਸਟ। ਦੱਸਾਂਗੇ ਸਿਹਤ ਵਿਭਾਗ ਨੇ ਹੋਰ ਕੀ ਕੁਝ ਕਿਹਾ। ਮੈਟਰੋ ਵੈਨਕੂਵਰ ਤੇ ਐਲਬਰਟਾ ਤੋਂ ਚੋਰੀ ਹੋਏ ਸਮਾਨ ਦੀ ਬਰਾਮਦਗੀ। ਪੁਲਿਸ ਨੇ ਮਾਲਕਾਂ ਤੱਕ ਗਹਿਣੇ, ਸਿੱਕੇ ਤੇ ਹੋਰ ਸਮਾਨ ਪਹੁੰਚਾਉਣ ਲਈ ਵੈਬ ਪੇਜ ਬਣਾਇਆ। ਸਰੀ ਵਿੱਚ ਇੱਕ ਘਰ ਅੰਦਰੋਂ ਪੁਲਿਸ ਨੂੰ ਮਿਲਿਆ ਨਸ਼ਾ ਤੇ ਕੈਸ਼। ਦੱਸਾਂਗੇ ਹੋਰ ਜਾਣਕਾਰੀ। ICBC ਨੇ ਕੀਤਾ ਨੌਲੇਜ ਟੈਸਟ ਲੈਣ ਦਾ ਐਲਾਨ। ਦੱਸਾਂਗੇ ਕਿਵੇਂ ਕਰ ਸਕਦੇ ਹੋ ਟੈਸਟ ਬੁੱਕ ਤੇ ਕਿਸ ਦੀ ਹੋ ਜਾਵੇਗੀ ਟੈਸਟ ਦੀ ਫੀਸ ਮੁਆਫ। ਸਿਟੀ ਆਫ ਐਡਮੰਟਨ ਨੇ ਅੱਜ ਕੀਤਾ ਐਲਾਨ 900 ਹੋਰ ਕਾਮਿਆਂ ਨੂੰ ਕੰਮ ਤੋਂ ਹਟਾਇਆ ਗਿਆ। ਸੁਣਾਵਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕੀਤੇ ਖਾਸ ਐਲਾਨ ਤੇ ਕੀ ਦਿੱਤੀ ਜਾਣਕਾਰੀ। ਇਸ ਨਾਲ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਤੋਂ ਕੋਰੋਨਾ ਵਾਇਰਸ ਦੇ ਜੋ ਅੰਕੜੇ ਨੇ ਉਹਨਾਂ ਤੋਂ ਤੁਹਾਨੂੰ ਦੱਸਾਂਗੇ ਕਿ ਆਖਿਰ ਕੈਨੇਡਾ ਭਰ ਵਿੱਚ ਕਿੰਨੇ ਮਰੀਜ਼ ਹੋ ਚੁੱਕੇ ਨੇ, ਕਿੰਨੇ ਠੀਕ ਹੋ ਚੁੱਕੇ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 48,499 ਲੋਕ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾ ਚੁੱਕੇ ਨੇ। 2707 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 18,281 ਵਿਅਕਤੀ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 4696 ਹੋ ਚੁੱਕੀ ਹੈ ਤੇ 75 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 1998 ਹੋ ਚੁੱਕੀ ਹੈ, 103 ਮੌਤਾਂ ਹੋਈਆਂ ਨੇ। ਮੈਨੀਟੋਬਾ ਵਿੱਚ 272 ਹੋ ਚੁੱਕੀ ਹੈ, 6 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਵਿੱਚ 118 ਹੈ। ਨਿਊਫਾਊਂਡਲੈਂਡ ਵਿੱਚ 258 ਹੈ ਤੇ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਵਿੱਚ 900 ਹੈ ਤੇ 24 ਮੌਤਾਂ ਹੋਈਆਂ ਨੇ। ਓਨਟਾਰੀਓ ਵਿੱਚ 14,856 ਹੋ ਚੁੱਕੀ ਹੈ ਤੇ 1,002 ਮੌਤਾਂ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਤੇ 26 ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 24,982 ਮਾਮਲੇ ਸਾਹਮਣੇ ਆਏ ਨੇ। 1,599 ਮੌਤਾਂ ਹੋਈਆਂ ਨੇ। ਸਸਕੈਚੁਅਨ ਤੋਂ 365 ਮਾਮਲੇ ਸਾਹਮਣੇ ਆਏ ਨੇ, 5 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਨੇ। ਨੁਨਾਵਤ ਤੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਆਰਥਿਕ ਤੌਰ ਦੇ ਉੱਤੇ ਜ਼ਿਆਦਾ ਨੁਕਸਾਨ ਹੋਣ ਕਰਕੇ ਇਸ ਮੌਕੇ ਰਣਨੀਤੀ ਇਹੋ ਬਣਾਈ ਜਾ ਰਹੀ ਹੈ ਕਿ ਢਿੱਲ ਵਰਤੀ ਜਾਵੇ ਤਾਂ ਕਿ ਦੁਬਾਰਾ ਤੋਂ ਜਿਹੜੇ ਬਿਜ਼ਨਸ ਨੇ ਉਹ ਖੁੱਲ੍ਹ ਸਕਣ, ਇਕੋਨਮੀ ਮੁੜ ਤੋਂ ਖੁੱਲ੍ਹ ਸਕੇ। ਓਨਟਾਰੀਓ ਦੇ ਵਿੱਚ ਡਗਫੋਰਡ ਦੇ ਵੱਲੋਂ ਅੱਜ ਇਸ ਦੇ ਬਾਰੇ ਇੱਕ ਐਲਾਨ ਵੀ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇੱਕਦਮ ਨਹੀਂ ਸਾਰਾ ਕੁਝ ਖੋਲ੍ਹਿਆ ਜਾਵੇਗਾ, ਪਰ ਇਸ ਦੇ ਉੱਤੇ ਇੱਕ ਰਣਨੀਤੀ ਬਣਾ ਕੇ ਉਸ ਦੇ ਉੱਤੇ ਕੰਮ ਕੀਤਾ ਜਾਵੇਗਾ। ਤਾਂ ਇੱਧਰ ਤੁਹਾਨੂੰ ਅਸੀਂ ਕਈ ਵਾਰ ਦੱਸ ਚੁੱਕੇ ਹਾਂ ਕਿ ਵੱਖੋ ਵੱਖਰੀਆਂ ਕੰਪਨੀਆਂ ਵਿੱਚ ਕੋਰੋਨਾ ਵਾਇਰਸ ਫੈਲਣ ਦੇ ਮਾਮਲੇ ਸਾਹਮਣੇ ਆਏ ਜਿਸ ਨਾਲ ਵੱਡੀ ਗਿਣਤੀ ਕਾਮੇ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ। ਪਹਿਲਾਂ ਐਲਬਰਟਾ ਤੋਂ ਇੱਕ ਕੰਪਨੀ ਤੋਂ ਮਾਮਲਾ ਸਾਹਮਣੇ ਆਇਆ, ਫਿਰ ਮੈਟਰੋ ਵੈਨਕੂਵਰ 'ਚ 2 ਕੰਪਨੀਆਂ ਵਿੱਚੋਂ ਮਾਮਲੇ ਸਾਹਮਣੇ ਆਏ ਤੇ ਹੁਣ ਇੱਕ ਓਨਟਾਰੀਓ ਦੇ ਗ੍ਰੀਨ ਹਾਊਸ ਤੋਂ ਇਹ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਤੱਕ ਦੱਸਿਆ ਗਿਆ ਕਿ ਗ੍ਰੀਨ ਹਾਊਸ ਦੇ ਵਿੱਚੋਂ 40 ਕਾਮਿਆਂ ਨੂੰ ਕੋਰੋਨਾ ਵਾਇਰਸ ਹੋ ਚੁੱਕਿਆ ਹੈ। ਓਨਟਾਰੀਓ ਦੇ ਕੈਂਟ ਬ੍ਰਿਜ ਵਿੱਚ ਗ੍ਰੀਨ ਹਿੱਲ ਪ੍ਰੋਡਿਊਸ ਗ੍ਰੀਨ ਹਾਊਸ ਹੈ ਜੋ ਉਸ ਦੇ ਵਿੱਚ ਸਾਰੇ ਹੀ ਕਾਮਿਆਂ ਦਾ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ ਸੀ ਕਿਉਂਕਿ ਉੱਥੇ ਕੋਰੋਨਾ ਵਾਇਰਸ ਤੋਂ ਮਰੀਜ਼ ਪਾਇਆ ਗਿਆ ਸੀ। ਜਿਸ ਤੋਂ ਬਾਅਦ ਟੈਸਟ ਦੀ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਸਾਰੇ ਕਾਮਿਆਂ ਵਿੱਚੋਂ 40 ਨੂੰ ਕੋਰੋਨਾ ਵਾਇਰਸ ਹੁਣ ਤੱਕ ਹੋ ਚੁੱਕਿਆ ਹੈ। ਕੈਂਟ ਬ੍ਰਿਜ ਦੇ ਕੋਲ ਇਹ ਗ੍ਰੀਨ ਹਾਊਸ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਮੇ ਕੰਮ ਕਰਦੇ ਨੇ, ਜਿਸ ਦੇ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਦੀ ਅੱਧੇ ਤੋਂ ਜ਼ਿਆਦਾ ਕਾਮੇ ਇਸ ਸਮੇਂ ਘਰਾਂ ਦੇ ਵਿੱਚ ਬੰਦ ਨੇ ਜੋ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਜੋ ਠੀਕ ਵੀ ਨੇ ਉਹ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿ ਰਹੇ ਨੇ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਹੋਰ ਕਾਮੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹੋਣ ਜਿਸ ਦੇ ਬਾਰੇ ਆਉਂਦੇ ਹਫ਼ਤੇ ਦੇ ਵਿੱਚ ਹੀ ਪਤਾ ਲੱਗ ਸਕਦਾ ਹੈ। ਗ੍ਰੀਨ ਹਾਊਸ ਦੇ ਵਿੱਚ 100 ਤੋਂ ਜ਼ਿਆਦਾ ਕਾਮੇ ਕੰਮ ਕਰਦੇ ਸਨ ਜਿਨ੍ਹਾਂ ਸਭ ਦਾ ਟੈਸਟ ਕੀਤਾ ਗਿਆ ਸੀ ਜਿਸ ਦੇ ਵਿੱਚ ਸਿਰਫ 22 ਦੇ ਹੁਣ ਤੱਕ ਟੈਸਟ ਨੈਗੇਟਿਵ ਆਏ ਨੇ ਤੇ 40 ਨੂੰ ਇਸ ਵਿੱਚ ਪੀੜਤ ਪਾਇਆ ਗਿਆ ਹੁਣ ਤੱਕ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰੀਨ ਹਾਊਸ ਤੋਂ ਜਿਹੜੇ ਵੀ ਕਾਮਿਆਂ ਨੂੰ ਕੋਰੋਨਾ ਵਾਇਰਸ ਦੇ ਮਰੀਜ਼ ਪਾਇਆ ਗਿਆ ਹੈ ਉਹਨਾਂ ਵਿੱਚੋਂ ਕਿਸੇ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਨੌਬਤ ਨਹੀਂ ਆਈ, ਯਾਨੀ ਕਿ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਨਹੀਂ ਹੈ।
ਪਰ ਉਹ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਏ ਗਏ ਨੇ ਤੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਰੱਖਿਆ ਜਾ ਰਿਹਾ ਹੈ ਤੇ ਸਿਹਤ ਅਧਿਕਾਰੀਆਂ ਦੇ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਮੁਤਾਬਕ ਉਹਨਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪਰ ਇਸ ਦੇ ਨਾਲ ਹੀ ਸਾਊਥ ਸਰੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਸਾਊਥ ਸਰੀ ਦੇ ਵਿੱਚ ਇੱਕ ਵਾਲਮਾਰਟ ਦੇ ਕਾਮੇ ਨੂੰ ਕਰੋਨਾ ਵਾਇਰਸ ਹੋ ਗਿਆ। ਸਰੀ ਤੋਂ ਇੱਕ ਲੋਕਲ ਅਖਬਾਰ ਨੇ ਵਾਲਮਾਰਟ ਤੋਂ ਇਸ ਦੀ ਪੁਸ਼ਟੀ ਕੀਤੀ ਹੈ। ਵਾਲਮਾਰਟ ਦੇ ਹੈੱਡਕੁਆਰਟਰਸ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਸਾਊਥ ਸਰੀ ਦੇ ਵਾਲਮਾਰਟ ਵਿੱਚ ਉਹਨਾਂ ਦੇ ਇੱਕ ਕਾਮੇ ਨੂੰ ਕਰੋਨਾ ਵਾਇਰਸ ਦਾ ਮਰੀਜ਼ ਪਾਇਆ ਗਿਆ ਹੈ। ਕਰੋਨਾ ਵਾਇਰਸ ਤੋਂ ਮਰੀਜ਼ ਪਾਏ ਗਏ ਕਾਮੇ ਨੇ 16 ਅਪ੍ਰੈਲ ਤੱਕ ਉਸ ਵਾਲਮਾਰਟ ਦੇ ਵਿੱਚ ਕੰਮ ਕੀਤਾ ਹੈ। 2355 160 ਸਟਰੀਟ ਦੇ ਉੱਤੇ ਜੋ ਸਾਊਥ ਸਰੀ ਵਿੱਚ ਵਾਲਮਾਰਟ ਸਟੋਰ ਹੈ, ਇਹ ਉਸ ਦਾ ਕੰਮ ਹੈ। ਕੰਪਨੀ ਦੇ ਵੱਲੋਂ ਇੱਥੇ ਪੁਸ਼ਟੀ ਕੀਤੀ ਗਈ ਹੈ ਕਿ ਉਸ ਕਾਮੇ ਦੇ ਨੇੜੇ ਜਿਹੜੇ ਵੀ ਹੋਰ ਕਾਮੇ ਮੌਜੂਦ ਸਨ, ਉਹਨਾਂ ਸਭ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਕਹਿ ਦਿੱਤਾ ਗਿਆ, ਜੋ ਵੱਖਰੇ ਤੌਰ ਦੇ ਉੱਤੇ ਘਰਾਂ ਵਿੱਚ ਰਹਿ ਰਹੇ ਨੇ। ਇਸ ਦੌਰਾਨ ਜੋ ਵਾਲਮਾਰਟ ਦਾ ਕਾਮਾ ਬਿਮਾਰ ਹੈ, ਉਸ ਨੂੰ ਜਲਦ ਤੋਂ ਜਲਦ ਠੀਕ ਹੋਣ ਦੇ ਵਾਸਤੇ ਕੰਪਨੀ ਵੱਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਵਾਲਮਾਰਟ ਦੇ ਵੱਲੋਂ ਇਹ ਵੀ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਪੂਰੀ ਤਰ੍ਹਾਂ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਸੈਨੀਟਾਈਜ਼ ਵੀ ਕੀਤਾ ਗਿਆ ਹੈ ਸਟੋਰ ਨੂੰ ਤੇ ਨਾਲ ਹੀ ਇਸ ਦੇ ਉੱਤੇ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਨਾਲ ਹੀ ਦੱਸਣਗੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੋਵਿਡ-19 ਦੇ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੂੰ ਫਲੂ ਵਰਗੇ ਲੱਛਣ ਵੀ ਪਾਏ ਜਾਂਦੇ ਨੇ, ਯਾਨੀ ਕਿ ਕਿਸੇ ਨੂੰ ਜੇ ਸਿਰਫ ਜ਼ੁਕਾਮ ਵੀ ਹੈ ਜਾਂ ਸਿਰਫ ਬੁਖਾਰ ਵੀ ਹੈ, ਤਾਂ ਉਹ ਵੀ ਕੋਵਿਡ-19 ਦਾ ਟੈਸਟ ਹੁਣ ਕਰਵਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਦਾਇਰਾ ਵਧਾ ਦਿੱਤਾ ਗਿਆ ਹੈ ਕਿ ਜਿਨ੍ਹਾਂ ਦਾ ਟੈਸਟ ਕੀਤਾ ਜਾਣਾ ਉਹਨਾਂ ਵਾਸਤੇ ਜਿਹੜੇ ਵਿਅਕਤੀ ਫਲੂ ਵਰਗੇ ਲੱਛਣ ਵੀ ਆਪਣੇ ਅੰਦਰ ਮਹਿਸੂਸ ਕਰਦੇ ਨੇ, ਉਹ ਵੀ ਕੋਵਿਡ-19 ਦੇ ਟੈਸਟ ਵਾਸਤੇ ਬੇਨਤੀ ਕਰ ਸਕਦੇ ਨੇ, ਜਿਸ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਸਿਰਫ ਬੁਖਾਰ ਜਾਂ ਫਿਰ ਖੰਘ, ਸਾਹ ਲੈਣ ਵਿੱਚ ਦਿੱਕਤ, ਗਲਾ ਖਰਾਬ, ਗਲਾ ਸੁੱਜਿਆ ਹੋਇਆ, ਜ਼ੁਕਾਮ, ਸਿਰ ਦਰਦ ਜਾਂ ਸਰੀਰ ਵਿੱਚ ਦਰਦ, ਅਜਿਹਾ ਇਹਨਾਂ ਵਿੱਚੋਂ ਜੇਕਰ ਇੱਕ ਵੀ ਲੱਛਣ ਮਹਿਸੂਸ ਕਰਦਾ ਹੈ ਤਾਂ ਉਹ ਕੋਵਿਡ-19 ਦੇ ਵਾਸਤੇ ਟੈਸਟ ਦੇ ਲਈ ਬੇਨਤੀ ਕਰ ਸਕਦਾ ਹੈ, ਜਿਸ ਤੋਂ ਬਾਅਦ ਉਸ ਨੂੰ ਸਿਰਫ ਅਪਾਇੰਟਮੈਂਟ ਹੀ ਬਣਾਉਣੀ ਪਵੇਗੀ। ਅਪਾਇੰਟਮੈਂਟ ਲੈਣ ਤੋਂ ਬਾਅਦ ਹੀ ਉਸ ਦਾ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇੰਟੀਰੀਅਰ ਹੈਲਥ ਦੇ ਵੱਲੋਂ ਇਹ ਵੀ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਇਹ ਟੈਸਟ ਸਿਰਫ ਉਹਨਾਂ ਲਈ ਹੈ ਜੋ ਕੋਈ ਨਾ ਕੋਈ ਲੱਛਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਣੇ ਅੰਦਰ ਵਿਅਕਤੀ ਮਹਿਸੂਸ ਕਰ ਰਹੇ ਨੇ। ਜੋ ਬਿਲਕੁਲ ਤੰਦਰੁਸਤ ਨੇ ਉਹ ਅਪਾਇੰਟਮੈਂਟ ਬੁੱਕ ਨਹੀਂ ਕਰ ਸਕਦੇ, ਉਹਨਾਂ ਦੇ ਲਈ ਇਹ ਨਹੀਂ ਹੈ। ਬਾਕੀ ਜਿਹੜੇ ਥੋੜਾ ਜਿਹਾ ਵੀ ਬਿਮਾਰ ਮਹਿਸੂਸ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਹੁਣ ਕੋਵਿਡ-19 ਦਾ ਟੈਸਟ ਕਰਵਾਉਣ ਦੇ ਲਈ ਕਿਹਾ ਜਾ ਰਿਹਾ ਹੈ। ਅਗਲੀ ਖਬਰ ਹੈ ਕਿ ਇਸ ਸਮੇਂ ਜਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਘਰਾਂ ਦੇ ਵਿੱਚ ਨੇ, ਤਾਂ ਬ੍ਰਿਟਿਸ਼ ਕੋਲੰਬੀਆ ਤੋਂ ਵੱਖੋ ਵੱਖਰੀਆਂ ਸੰਸਥਾਵਾਂ ਦੇ ਵੱਲੋਂ ਇੱਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਆਪਣੇ ਵੇਅਰ ਹਾਊਸ ਸਾਫ਼ ਕਰ ਰਹੇ ਨੇ ਜਾਂ ਫਿਰ ਆਪਣੇ ਘਰਾਂ ਦੇ ਗੈਰਾਜ ਸਾਫ਼ ਕਰ ਰਹੇ ਨੇ। ਤਾਂ ਇਸ ਸਮੇਂ ਉਹ ਕੀ ਕਰ ਰਹੇ ਨੇ, ਸਫਾਈ ਕਰਨ ਦੇ ਨਾਲ ਹੀ ਜੋ ਫਾਲਤੂ ਸਮਾਨ ਹੈ ਘਰਾਂ ਦਾ, ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਸੁੱਟ ਰਹੇ ਨੇ। ਇਸ ਵਕਤ ਵੱਖੋ ਵੱਖਰੀਆਂ ਪਾਰਕਸ ਵੀ ਬੰਦ ਪਈਆਂ ਨੇ, ਤਾਂ ਉਹਨਾਂ ਦੇ ਬਾਹਰ ਵੀ ਕਈਆਂ ਦੇ ਵੱਲੋਂ ਗੈਰ ਕਾਨੂੰਨੀ ਤੌਰ ਦੇ ਉੱਤੇ ਸਮਾਨ ਸੁੱਟਿਆ ਗਿਆ, ਫਿਰ ਚਾਹੇ ਉਹ ਘਰ ਦਾ ਫਰਨੀਚਰ ਹੋਵੇ ਜਾਂ ਕੋਈ ਹੋਰ ਸਮਾਨ ਹੋਵੇ ਜਾਂ ਫਿਰ ਕੋਈ ਹੋਰ ਕੂੜਾ ਕਿਉਂ ਨਾ ਹੋਵੇ, ਤਾਂ ਵੱਖੋ ਵੱਖਰੇ ਥਾਵਾਂ ਦੇ ਉੱਤੇ ਗੈਰ ਕਾਨੂੰਨੀ ਤੌਰ ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਸੰਬੰਧੀ ਆਲੋਚਨਾ ਕੀਤੀ ਗਈ ਹੈ। ਤੇ ਨਾਲ ਹੀ ਖਾਸ ਤੌਰ ਦੇ ਉੱਤੇ ਇਸ ਸਮੇਂ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਅੱਗੇ ਗਰਮੀ ਜ਼ਿਆਦਾ ਆ ਰਹੀ ਹੈ, ਤਾਂ ਜਿਹੜੀ ਗੈਰ ਕਾਨੂੰਨੀ ਤੌਰ ਦੇ ਉੱਤੇ ਕਿਤੇ ਕੂੜਾ ਸੁੱਟਿਆ ਹੋਇਆ ਹੋਵੇਗਾ ਤਾਂ ਉਸ ਵਿੱਚ ਅੱਗ ਵੀ ਲੱਗ ਸਕਦੀ ਹੈ, ਜੋ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਕੀ ਪਤਾ ਕਿਹੋ ਜਿਹੀਆਂ ਚੀਜ਼ਾਂ ਨੇ ਜੋ ਉਹ ਕੂੜੇ ਦੇ ਵਿੱਚ ਸੁੱਟੀਆਂ ਜਾ ਰਹੀਆਂ ਨੇ, ਜਿਸ ਨੂੰ ਕਿ ਬਿਲਕੁਲ ਗਲਤ ਦੱਸਦੇ ਹੋਏ ਕਿਹਾ ਗਿਆ ਕਿ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਿਆ ਜਾਵੇ। ਗੰਦਗੀ ਵੀ ਫੈਲਦੀ ਹੈ ਤੇ ਇਸ ਦੇ ਨਾਲ ਹੀ ਆਪਣੀ ਤੇ ਆਪਣੇ ਆਲੇ ਦੁਆਲੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹਾ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੋਕਿਟਲਮ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਹੋਰ ਪੁਲਿਸ ਦੇ ਨਾਲ ਮਿਲ ਕੇ ਕੁਝ ਸਮਾਨ ਬਰਾਮਦ ਕੀਤਾ ਹੈ। ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਕੀਤੀ ਹੈ। ਚੋਰੀ ਦਾ ਸਮਾਨ ਉਸ ਤੋਂ ਬਰਾਮਦ ਕੀਤਾ ਗਿਆ ਹੈ ਤੇ ਇਸ ਸਮਾਨ ਦੇ ਵਾਸਤੇ ਇੱਕ ਵੈਬ ਪੇਜ ਬਣਾਇਆ ਗਿਆ, ਕਿਉਂਕਿ ਸਮਾਨ ਇੰਨਾ ਜ਼ਿਆਦਾ ਸੀ ਚੋਰੀ ਦਾ, ਜਿਹਦੇ ਵਿੱਚ ਬਹੁਤ ਸਾਰੇ ਗਹਿਣੇ ਤੇ ਬਹੁਤ ਸਾਰਾ ਕੀਮਤੀ ਸਮਾਨ ਹੈ, ਜਿਸ ਨੂੰ ਉਹਨਾਂ ਦੇ ਮਾਲਕਾਂ ਤੱਕ ਪਹੁੰਚਾਉਣ ਦੇ ਵਾਸਤੇ ਵੈਬ ਪੇਜ ਬਣਾਇਆ ਗਿਆ ਹੈ। ਤੇ ਇਸ ਸੰਬੰਧ ਤੁਹਾਨੂੰ ਦਿਖਾਉਂਦੇ ਹਾਂ ਹੋਰ ਜਾਣਕਾਰੀ। ਵੈਸਟ ਵੈਨਕੂਵਰ ਪੁਲਿਸ ਤੇ ਕੋਕਿਟਲਮ RCMP ਦੀ ਪ੍ਰੋਲੀਫਿਕ ਟਾਰਗੇਟ ਟੀਮ ਨੇ ਮਿਲ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਉਮਰ 52 ਸਾਲ ਹੈ ਤੇ ਉਸ ਦਾ ਨਾਮ ਮਾਈਕਲ ਹੌਰਿਨ ਦੱਸਿਆ ਗਿਆ ਹੈ ਤੇ ਉਹ ਪੋਰਟ ਕੋਕਿਟਲਮ ਦਾ ਰਹਿਣ ਵਾਲਾ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕਈ ਸਰਚ ਵਾਰੰਟ ਕੱਢੇ ਗਏ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਨ ਬਰਾਮਦ ਕੀਤਾ ਜਿਸ ਨੂੰ ਚੋਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਹਜ਼ਾਰਾਂ ਡਾਲਰ ਕੈਸ਼ ਤੇ ਹੋਰ ਕਾਫੀ ਕੀਮਤੀ ਸਮਾਨ ਗਹਿਣੇ ਵੀ ਸ਼ਾਮਲ ਹੈ। ਇਸ ਦੌਰਾਨ ਪੁਲਿਸ ਨੇ ਸਾਰੀ ਚੀਜ਼ਾਂ ਦੀ ਤਸਵੀਰ ਵੀ ਜਾਰੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਮਾਨ ਇੰਨਾ ਜ਼ਿਆਦਾ ਹੈ ਤੇ ਇਹ ਇੰਨੀਆਂ ਵੱਖੋ ਵੱਖਰੀਆਂ ਥਾਵਾਂ ਤੋਂ ਚੋਰੀ ਕੀਤਾ ਗਿਆ ਹੈ ਕਿ ਇਸ ਸਮਾਨ ਨੂੰ ਮਾਲਕਾਂ ਤੱਕ ਪਹੁੰਚਾਉਣ ਵਾਸਤੇ ਸਮਾਂ ਲੱਗ ਜਾਵੇਗਾ, ਜਿਸ ਦੇ ਲਈ ਹੁਣ ਇੱਕ ਉਹਨਾਂ ਵੱਲੋਂ ਵੈਬ ਪੇਜ ਦੀ ਮਦਦ ਲਈ ਜਾ ਰਹੀ ਹੈ। RCMP ਨੇ ਇੱਕ ਵੈਬ ਪੇਜ ਬਣਾਇਆ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ
ਮੈਟਰੋ ਵੈਨਕੂਵਰ, ਕੈਲਗਰੀ, ਐਲਬਰਟਾ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ 2018 ਤੋਂ ਲੈ ਕੇ 2019 ਦੇ ਦਰਮਿਆਨ ਜੋ ਵੀ ਘਰਾਂ 'ਚ ਚੋਰੀ ਜਾਂ ਫਿਰ ਹੋਰ ਚੋਰੀ ਦੇ ਮਾਮਲੇ ਵਾਪਰੇ ਨੇ ਤੇ ਇਸ ਦੇ ਜੋ ਪੀੜਤ ਨੇ ਉਹ ਇਸ ਸਮਾਨ ਨੂੰ ਦੇਖ ਸਕਦੇ ਨੇ। ਹੋ ਸਕਦਾ ਇਸ ਸਮਾਨ ਵਿੱਚ ਉਹਨਾਂ ਦਾ ਕੋਈ ਸਮਾਨ ਮੌਜੂਦ ਹੋਵੇ, ਜਿਸ ਵਾਸਤੇ ਪੁਲਿਸ ਨੇ ਕਿਹਾ ਕਿ ਅੱਗੇ ਤੋਂ ਅੱਗੇ ਇਸ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇ। ਕੋਕਿਟਲਮ RCMP ਨੇ ਇਹ ਵੈਬ ਪੇਜ ਜਾਰੀ ਕੀਤਾ ਹੈ, ਜਿਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਹੁਣ ਕਿ ਜੋ ਗ੍ਰਿਫਤਾਰ ਕੀਤਾ ਗਿਆ ਸੀ ਵਿਅਕਤੀ 52 ਸਾਲਾ ਮਾਈਕਲ ਹੌਰਿਨ, ਉਸ ਦੇ ਉੱਤੇ 8 ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਬ੍ਰੇਕ ਐਂਡ ਐਂਟਰ ਦੇ ਨੇ ਤੇ ਇਸ ਦੇ ਨਾਲ ਹੀ ਉਸ ਨੂੰ ਹੁਣ ਅਦਾਲਤ ਵਿੱਚ ਅਗਸਤ ਤੇ ਸਤੰਬਰ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਕਿ ਨਿਊ ਵੈਸਟਮਿੰਸਟਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਜੇਕਰ ਤੁਸੀਂ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਦੇਖ ਰਹੇ ਹੋ ਤਾਂ ਇਸ ਵੈਬ ਪੇਜ ਦਾ ਲਿੰਕ ਅਸੀਂ ਉੱਥੇ ਸ਼ੇਅਰ ਕਰ ਦੇਵਾਂਗੇ, ਜਿਸ ਵਿੱਚ ਤੁਸੀਂ ਅੱਗੇ ਤੋਂ ਅੱਗੇ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋਵੋ, ਜੇ ਕਿਸੇ ਦਾ ਸਮਾਨ ਕਦੇ ਕੋਈ ਚੋਰੀ ਹੋਇਆ ਹੋਵੇ ਉਸ ਖੇਤਰ ਦੇ ਵਿੱਚ ਤਾਂ ਜਾਣਕਾਰੀ ਦੇ ਸਕਦੇ ਹੋ ਤੇ ਜੇਕਰ ਕੋਈ ਪਛਾਣਦਾ ਹੋਵੇ ਇਸ ਵਿੱਚ ਮੌਜੂਦ ਗਹਿਣੇ ਉਸਦੇ ਨੇ ਤਾਂ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਘਰ 'ਚ ਛਾਪੇਮਾਰੀ ਕੀਤੀ ਤੇ ਇਸ ਦੌਰਾਨ ਕੈਸ਼ ਤੇ ਨਸ਼ਾ ਬਰਾਮਦ ਕੀਤਾ ਗਿਆ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਸਿਟੀ ਸੈਂਟਰ ਵਿੱਚੋਂ ਇੱਕ ਘਰ ਦੇ ਅੰਦਰੋਂ ਉਹਨਾਂ ਨੇ ਕੈਸ਼ ਤੇ ਨਸ਼ਾ ਬਰਾਮਦ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਰੀ RCMP ਕਮਿਊਨਿਟੀ ਰਿਸਪੌਂਸ ਯੂਨਿਟ ਵੱਲੋਂ ਇਸ ਦੀ ਜਾਂਚ ਕੀਤੀ ਗਈ ਹੈ। ਮਾਮਲੇ ਦੀ ਜਾਂਚ ਮਾਰਚ 5, 2020 ਨੂੰ ਸ਼ੁਰੂ ਹੋਈ ਸੀ, ਜਿਸ ਨੂੰ ਕਿ ਸਰੀ RCMP ਕਮਿਊਨਿਟੀ ਰਿਸਪੌਂਸ ਯੂਨਿਟ ਦੇ ਵੱਲੋਂ ਕੀਤਾ ਜਾ ਰਿਹਾ ਸੀ, ਜਿਨ੍ਹਾਂ ਦੇ ਵੱਲੋਂ ਸ਼ੱਕ ਜਤਾਇਆ ਗਿਆ ਕਿ ਇਸ ਦੌਰਾਨ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ, ਜੋ ਕਿ 114 ਬਲਾਕ ਤੇ 124 ਸਟਰੀਟ ਦੇ ਉੱਤੇ ਇੱਕ ਘਰ ਹੈ, ਉੱਥੋਂ ਕੀਤੇ ਜਾਣ ਦੇ ਬਾਰੇ ਸ਼ੱਕ ਜਤਾਇਆ ਗਿਆ, ਜਿਸ ਦੇ ਬਾਰੇ ਸਰਚ ਵਾਰੰਟ ਜਾਰੀ ਹੋਏ। ਅਪ੍ਰੈਲ 22 ਨੂੰ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਘਰ ਦੇ ਅੰਦਰੋਂ $25,541 ਕੈਸ਼ ਨਾਲ ਹੀ ਸ਼ੱਕੀ ਨਸ਼ੇ ਮਿਲੇ, ਜਿਨ੍ਹਾਂ ਦੇ ਵਿੱਚ ਫੈਂਟਨਲ ਤੇ ਮੈਥਾਮਫੈਟਾਮਾਈਨ ਹੋਣ ਦਾ ਸ਼ੱਕ ਜਤਾਇਆ ਗਿਆ। ਇਸ ਦੀਆਂ ਤਸਵੀਰਾਂ ਵੀ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ। ਇਸ ਦੌਰਾਨ ਪੁਲਿਸ ਨੂੰ ਨਸ਼ੀਲੀਆਂ ਗੋਲੀਆਂ ਵੀ ਮਿਲੀਆਂ ਨੇ ਘਰ ਵਿੱਚੋਂ। ਜਦੋਂ ਘਰ ਦੇ ਵਿੱਚੋਂ ਇਹ ਸਮਾਨ ਮਿਲਿਆ ਉਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਤੇ ਔਰਤ ਨੂੰ ਗ੍ਰਿਫਤਾਰ ਵੀ ਕੀਤਾ, ਪਰ ਉਹਨਾਂ ਨੂੰ ਕੁਝ ਦੇਰ ਬਾਅਦ ਛੱਡ ਵੀ ਦਿੱਤਾ ਗਿਆ, ਜਿਨ੍ਹਾਂ ਦੇ ਉੱਤੇ ਹਜੇ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ। ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਜਾਣਕਾਰੀ ਜੇਕਰ ਕਿਸੇ ਹੋਰ ਨੂੰ ਹੋਵੇ ਤਾਂ ਪੁਲਿਸ ਦੇ ਨਾਲ 604 5990 502 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਬਰਨਬੀ ਵਿੱਚ ਫਰੇਜ਼ਰ ਨਦੀ ਦੇ ਕੰਢੇ ਤੋਂ ਪੁਲਿਸ ਨੂੰ ਇੱਕ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੀ ਪਛਾਣ ਕਰਦੇ ਹੋਏ ਦੱਸਿਆ ਕਿ ਫਰਵਰੀ ਦੇ ਅੰਤ ਤੋਂ ਲਾਪਤਾ ਨਿਊ ਵੈਸਟਮਿੰਸਟਰ ਤੋਂ ਨਿਰਲਾ ਸ਼ਰਮਾ ਦੀ ਲਾਸ਼ ਹੈ, ਜਿਸ ਦੀ ਪੁਸ਼ਟੀ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ। ਨਿਊ ਵੈਸਟਮਿੰਸਟਰ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਵਿਕਟਮ ਸਰਵਿਸ ਸਪੋਰਟ ਸ਼ਰਮਾ ਫੈਮਿਲੀ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਉਮਰ 44 ਸਾਲ ਸੀ ਤੇ ਉਹ ਫਰਵਰੀ 23 ਤੋਂ ਲਾਪਤਾ ਸਨ, ਜਿਨ੍ਹਾਂ ਦੇ ਬਾਰੇ ਉਹਨਾਂ ਦੇ ਪਰਿਵਾਰ ਨੇ ਦੱਸਿਆ ਸੀ ਕਿ ਜਿਸ ਦਿਨ ਉਹ ਲਾਪਤਾ ਹੋਏ ਉਸ ਦਿਨ ਸਵੇਰੇ 4 ਵਜੇ ਦੇ ਕਰੀਬ ਉਹਨਾਂ ਨੂੰ ਲੱਗਿਆ ਕਿ ਘਰ ਦੇ ਬਾਹਰ ਕੋਈ ਗਿਆ ਤਾਂ ਬਾਅਦ ਵਿੱਚ ਨਿਰਲਾ ਸ਼ਰਮਾ ਆਪਣੇ ਕੰਮ ਤੇ ਵੀ ਨਹੀਂ ਪਹੁੰਚੇ ਸਨ। BC ਹਾਈਡਰੋ ਵੈਨਕੂਵਰ ਵਿੱਚ ਉਹ ਕੰਮ ਕਰਦੇ ਸੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਿਰਲਾ ਸ਼ਰਮਾ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਤੇ ਇੱਕ ਫੁਟੇਜ ਵੀ ਜਾਰੀ ਹੋਈ ਸੀ, ਜਿਸ ਵਿੱਚ ਦਿਖਾਈ ਦਿੱਤਾ ਸੀ ਕਿ ਸਵੇਰੇ 3:30 ਵਜੇ ਦੇ ਕਰੀਬ ਜਿਸ ਦਿਨ ਉਹ ਲਾਪਤਾ ਹੋਏ, ਜਿਸ ਰਾਹ ਤੇ ਉਹ ਆਪਣੇ ਕੁੱਤੇ ਨੂੰ ਘੁਮਾਉਣ ਲੈ ਕੇ ਜਾਂਦੇ ਸੀ, ਉਸ ਰਾਹ ਦੇ ਉੱਤੇ ਨਿਰਲਾ ਸ਼ਰਮਾ ਜਾ ਰਹੀ ਸੀ, ਜੋ ਕਿ ਇੱਕ CCTV ਕੈਮਰੇ ਦੇ ਵਿੱਚ ਕੈਦ ਹੋਈ ਸੀ ਤੇ ਉਸ ਦੀਆਂ ਤਸਵੀਰਾਂ ਪੁਲਿਸ ਨੇ ਸਾਂਝੀਆਂ ਕੀਤੀਆਂ ਸਨ ਤੇ ਲੱਭਣ ਦੇ ਲਈ ਸਹਿਯੋਗ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਨਿਰਲਾ ਸ਼ਰਮਾ ਦੀ ਬੇਸ਼ੱਕ ਦੇਹ ਤਾਂ ਮਿਲ ਗਈ ਹੈ, ਪਰ ਪੁਲਿਸ ਦੇ ਵੱਲੋਂ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਗਿਆ ਕਿ ਆਖਿਰ ਮੌਤ ਦਾ ਕਾਰਨ ਕੀ ਰਿਹਾ ਤੇ ਹਜੇ ਤੱਕ ਪੁਲਿਸ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਉੱਤੇ ਜਾਂਚ ਕਰ ਰਹੇ ਨੇ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ICBC ਦੇ ਵੱਲੋਂ ਅੱਜ ਕੀ ਖਾਸ ਐਲਾਨ ਕੀਤਾ ਗਿਆ ਹੈ। ਨੌਲੇਜ ਟੈਸਟ ਦੇਣ ਵਾਲਿਆਂ ਦੇ ਲਈ ਇਹ ਖਾਸ ਐਲਾਨ ਹੈ, ਜਿਸ ਵਿੱਚ ICBC ਨੇ ਕਿਹਾ ਕਿ ਉਹਨਾਂ ਦੀਆਂ ਕੁਝ ਲੋਕੇਸ਼ਨਸ ਦੇ ਉੱਤੇ 4 ਮਈ ਤੋਂ ਟੈਸਟ ਲੈਣੇ ਸ਼ੁਰੂ ਕੀਤੇ ਜਾ ਰਹੇ ਨੇ ਤੇ 11 ਮਈ ਤੋਂ ਸੂਬੇ ਭਰ ਦੇ ਵਿੱਚ ICBC ਵੱਲੋਂ ਨੌਲੇਜ ਟੈਸਟ ਲਏ ਜਾਣਗੇ। ਪਰ ਇਸ ਦੌਰਾਨ ਇਹ ਹੈ ਕਿ ਇਹ ਸਾਰਿਆਂ ਵਾਸਤੇ ਨਹੀਂ ਹੈ। ਤੁਹਾਨੂੰ ਇਸ ਪੂਰੀ ਜਾਣਕਾਰੀ ਦੇ ਵਿੱਚ ਦੱਸਾਂਗੇ ਕਿ ਆਖਿਰ ਕੌਣ ਨੌਲੇਜ ਟੈਸਟ ਦੇ ਸਕਦਾ ਹੈ ਤੇ ਇਸ ਦੇ ਨਾਲ ਹੀ ਕਿੰਨਾ ਸਮਾਂ ਤੁਹਾਨੂੰ ਨੌਲੇਜ ਟੈਸਟ ਲਈ ਮਿਲੇਗਾ, ਕਿਉਂਕਿ ਹੁਣ ਤੱਕ ਤਾਂ ਹੁੰਦਾ ਸੀ ਕਿ ਜਦੋਂ ਨੌਲੇਜ ਟੈਸਟ ਦੇਣ ਵਾਸਤੇ ਜਾਣਾ ਤਾਂ ਖੁੱਲ੍ਹਾ ਸਮਾਂ ਹੁੰਦਾ ਸੀ, ਜਿਸ ਦੇ ਵਿੱਚ ਤੁਸੀਂ ਜੋ ਟੈਸਟ ਨੂੰ ਪੂਰਾ ਕਰ ਸਕਦੇ ਹੋ, ਪਰ ਇਸ ਦੌਰਾਨ ਸਮਾਂ ਮਿਆਦ ਵੀ ਲਗਾਈ ਜਾਵੇਗੀ ਕਿ ਤੁਹਾਡੀ 45 ਮਿੰਟ ਵਾਸਤੇ ਹੀ ਅਪਾਇੰਟਮੈਂਟ ਤੁਹਾਨੂੰ ਮਿਲੇਗੀ। ਇਸ ਦੇ ਨਾਲ ਹੀ ਹੋਰ ਜਾਣਕਾਰੀ ਤੁਹਾਨੂੰ ਦੱਸਾਂਗੇ, ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ICBC ਨੇ ਇਹ ਜਾਣਕਾਰੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਫੋਨ ਕਰਕੇ ਅਪਾਇੰਟਮੈਂਟ ਲਈ ਜਾ ਸਕਦੀ ਹੈ ਤੇ ਉਸੇ ਸਮੇਂ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਨੌਲੇਜ ਟੈਸਟ ਕਿਹੜੀ ਥਾਂ ਤੇ ਦੇ ਸਕਦੇ ਹੋ।
ਜਿਨ੍ਹਾਂ ਨੂੰ ਅਪਾਇੰਟਮੈਂਟ ਮਿਲ ਜਾਵੇਗੀ ਉਹਨਾਂ ਦੇ ਲਈ ਟੈਸਟ ਲਈ ਖਾਸ ਇੰਤਜ਼ਾਮ ICBC ਦੇ ਵੱਲੋਂ ਕੀਤੇ ਗਏ ਨੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਸਕੇ। ਗ੍ਰਾਹਕਾਂ ਸਮੇਤ ਸਟਾਫ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਜਿਸ ਦੇ ਲਈ ICBC ਵਿੱਚ ਖਾਸ ਸੈਟਅਪ ਕੀਤਾ ਗਿਆ ਹੈ। ਸ਼ੀਲਡ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਕੋਈ ਵੀ ਇੱਕ ਦੂਜੇ ਦੇ ਨੇੜੇ ਨਾ ਆ ਸਕੇ ਤੇ ਨਾ ਹੀ ਗੱਲ ਕਰਦੇ ਹੋਏ ਹਵਾ ਦੇ ਨਾਲ ਕੀਟਾਣੂ ਫੈਲਣ ਦਾ ਡਰ ਹੋਵੇ। ਸ਼ੀਸ਼ੇ ਨਾਲ ਥਾਵਾਂ ਨੂੰ ਵੱਖਰਾ ਕੀਤਾ ਜਾ ਰਿਹਾ ਹੈ, ਜੋ ਕਈ ਥਾਵਾਂ ਦੇ ਉੱਤੇ ਕਰ ਦਿੱਤਾ ਗਿਆ ਹੈ ਤੇ ਕਈ ਥਾਵਾਂ ਦੇ ਉੱਤੇ ਸਮੇਂ ਕੰਮ ਜਾਰੀ ਹੈ। ਹੁਣ ਤੱਕ ਅਹਿਮ ਇਹ ਹੈ ਕਿ 4 ਮਈ ਤੋਂ ਨੌਲੇਜ ਟੈਸਟ ਦਿੱਤਾ ਜਾ ਸਕੇਗਾ, ਜਿਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਤੇ ਅਗਲੀ ਗੱਲ ਇਹ ਹੈ ਕਿ ਉਹ ਜਿਨ੍ਹਾਂ ਦਾ ਕਲਾਸ 5 ਤੋਂ ਲੈ ਕੇ ਕਲਾਸ 8 ਤੱਕ ਦਾ ਲਰਨਰ ਲਾਇਸੈਂਸ ਜੇਕਰ ਮਾਰਚ 1 ਜਾਂ ਉਸ ਤੋਂ ਬਾਅਦ ਐਕਸਪਾਇਰ ਹੋਇਆ ਹੈ ਜਾਂ ਫਿਰ ਉਦੋਂ ਉਹ ਟੈਸਟ ਬੁੱਕ ਕਰਨ ਦੇ ਲਈ ਫੋਨ ਕਰ ਰਹੇ ਨੇ ਜਦੋਂ ਤੋਂ 2 ਹਫ਼ਤੇ ਦੇ ਸਮੇਂ ਵਿੱਚ ਉਹਨਾਂ ਦਾ ਲਾਇਸੈਂਸ ਐਕਸਪਾਇਰ ਹੋ ਰਿਹਾ ਹੈ, ਉਹ ਯੋਗਤਾ ਰੱਖਦੇ ਨੇ ਕਿ ਉਹਨਾਂ ਨੂੰ ਨੌਲੇਜ ਟੈਸਟ ਦੇ ਲਈ ਅਪਾਇੰਟਮੈਂਟ ਮਿਲ ਸਕਦੀ ਹੈ। ਯਾਨੀ ਕਿ ਜਦੋਂ ਵੀ ਤੁਸੀਂ ਅਪਾਇੰਟਮੈਂਟ ਵਾਸਤੇ ਫੋਨ ਕਰੋਗੇ ਤਾਂ ਉਸ ਤੋਂ ਬਾਅਦ 2 ਹਫ਼ਤੇ ਦੇ ਦਰਮਿਆਨ ਤੁਹਾਡਾ ਜੋ ਲਾਇਸੈਂਸ ਹੈ ਉਹ ਐਕਸਪਾਇਰ ਹੋ ਰਿਹਾ ਹੋਵੇ। ਜੇਕਰ ਅਜਿਹਾ ਨਹੀਂ ਹੈ, ਹਜੇ ਥੋੜੀ ਸਮਾਂ ਮਿਆਦ ਹੋਰ ਹੈਗੀ ਹੈ, ਤਾਂ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲੇਗੀ। ਇਸ ਸਮੇਂ ਟਰਾਂਸਲੇਟਰ ਸਰਵਿਸ ਮੌਜੂਦ ਨਹੀਂ ਹੋਵੇਗੀ, ਅਜਿਹੀ ਜਾਣਕਾਰੀ ਦਿੱਤੀ ਗਈ ਹੈ। ਤੇ ਨਾਲ ਹੀ ਇਹ ਕਿਹਾ ਗਿਆ ਕਿ ਸੋਸ਼ਲ ਡਿਸਟੈਂਸਿੰਗ ਨੂੰ ਇਸ ਦਾ ਕਾਰਨ ਦੱਸਿਆ ਗਿਆ ਹੈ, ਜਦਕਿ ਨਾਨ ਕਮਰਸ਼ੀਅਲ ਨੌਲੇਜ ਟੈਸਟ ਦੇ ਲਈ 11 ਭਾਸ਼ਾਵਾਂ ਮੌਜੂਦ ਨੇ। ਉਹ ਵਿਅਕਤੀ ਜਿਨ੍ਹਾਂ ਦਾ ਕਲਾਸ 5 ਤੋਂ ਲੈ ਕੇ ਕਲਾਸ 8 ਤੱਕ ਦਾ ਲਰਨਰ ਲਾਇਸੈਂਸ ਮਾਰਚ 17 ਨੂੰ ਜਾਂ ਇਸ ਤੋਂ ਬਾਅਦ ਐਕਸਪਾਇਰ ਹੋਇਆ ਹੈ, ਜਦੋਂ ICBC ਨੇ ਰੋਡ ਟੈਸਟ ਲੈਣੇ ਬੰਦ ਕਰ ਦਿੱਤੇ ਸਨ, ਉਹਨਾਂ ਨੂੰ ਆਪਣੇ ਪਹਿਲੇ ਨੌਲੇਜ ਟੈਸਟ ਦੇ ਲਈ ਫੀਸ ਭਰਨ ਦੀ ਲੋੜ ਵੀ ਨਹੀਂ ਪਵੇਗੀ। ਉਹਨਾਂ ਦਾ ਪਹਿਲਾ ਨੌਲੇਜ ਟੈਸਟ ਬਿਨਾਂ ਫੀਸ ਤੋਂ ਮੁਫਤ ਹੋਵੇਗਾ। ਇਸ ਸਮੇਂ ਨੌਲੇਜ ਟੈਸਟ ਉਹਨਾਂ ਦੇ ਲਈ ਨਹੀਂ ਹੋਣਗੇ ਜੋ ਪਹਿਲੀ ਵਾਰ ਲਰਨਰ ਲਾਇਸੈਂਸ ਦੇ ਲਈ ਅਪਲਾਈ ਕਰ ਰਹੇ ਨੇ, ਪਰ ਉਹਨਾਂ ਨੂੰ ਨੌਲੇਜ ਟੈਸਟ ਦੇਣ ਦੇ ਲਈ ਇਜਾਜ਼ਤ ਮਿਲੇਗੀ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਆਏ ਨੇ, ਕਿਉਂਕਿ ਉਹਨਾਂ ਨੂੰ ਕਾਨੂੰਨ ਮੁਤਾਬਕ 90 ਦਿਨ ਵਿੱਚ ਆਪਣਾ ਲਾਇਸੈਂਸ ਤਬਦੀਲ ਕਰਵਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਉਹ ਵੀ ਟੈਸਟ ਦੇ ਸਕਦੇ ਨੇ ਜੋ ਕਲਾਸ 1 ਲਰਨਰ ਦੇ ਲਈ ਟੈਸਟ ਦੇ ਰਹੇ ਨੇ ਤੇ ਨਾਲ ਹੀ 에ਅਰ ਬ੍ਰੇਕਸ ਜਾਂ ਫਿਰ ਹੈਵੀ ਟ੍ਰੇਲਰਸ ਦੇ ਲਈ ਵੀ ਨੌਲੇਜ ਟੈਸਟ ਅਪਾਇੰਟਮੈਂਟ ਬਣਾ ਕੇ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਖਾਸ ਜਾਣਕਾਰੀ ਦਿੱਤੀ ਗਈ ਹੈ ਕਿ ਕਮਰਸ਼ੀਅਲ, ਸਟੈਂਡ ਬਾਏ ਜਾਂ ਫਿਰ ਵਾਕ ਇਨ ਨੌਲੇਜ ਟੈਸਟ ਦੇ ਲਈ ਇਜਾਜ਼ਤ ਨਹੀਂ ਹੈ। ਅਪਾਇੰਟਮੈਂਟ ਬਣਾ ਕੇ ਹੀ ਟੈਸਟ ਦਿੱਤਾ ਜਾ ਸਕਦਾ ਹੈ। ਮਈ 11 ਤੋਂ ਉਹ ਵਿਅਕਤੀ ਵੀ ਅਪਾਇੰਟਮੈਂਟ ਬਣਾ ਸਕਦੇ ਨੇ ਜੋ ਮੋਟਰਸਾਈਕਲ ਸਕਿੱਲਸ ਟੈਸਟਿੰਗ ਦੇ ਲਈ ਅਪਲਾਈ ਕਰ ਰਹੇ ਹੋਣ। ਇਹ ਉਹਨਾਂ ਦੇ ਲਈ ਹੀ ਹੋਵੇਗਾ ਜਿਨ੍ਹਾਂ ਕੋਲ ਇਸ ਸਮੇਂ ਲਰਨਰ ਲਾਇਸੈਂਸ ਹੈ ਜਾਂ ਫਿਰ ਉਹਨਾਂ ਦਾ ਲਰਨਰ ਲਾਇਸੈਂਸ ਮਾਰਚ 1 ਜਾਂ ਉਸ ਤੋਂ ਬਾਅਦ ਐਕਸਪਾਇਰ ਹੋ ਗਿਆ, ਜੋ ICBC ਵੱਲੋਂ ਕੀਤੇ ਗਏ ਇਸ ਐਲਾਨ ਮੁਤਾਬਕ ਯੋਗਤਾ ਰੱਖਦੇ ਨੇ ਤੇ ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦੇ ਨੇ। ਉਹ 1800 950 1498 ਦੇ ਉੱਤੇ ਫੋਨ ਕਰਕੇ ਵੌਇਸਮੇਲ ਛੱਡ ਦੇਣ ਕਿ ਉਹ ਨੌਲੇਜ ਟੈਸਟ ਬੁੱਕ ਕਰਨਾ ਚਾਹੁੰਦੇ ਨੇ, ਜਿਸ ਤੋਂ ਬਾਅਦ ICBC ਵੱਲੋਂ ਤੁਹਾਨੂੰ ਖੁਦ ਫੋਨ ਕੀਤਾ ਜਾਵੇਗਾ ਤੇ ਟੈਸਟ ਲਈ ਮੌਜੂਦ ਥਾਵਾਂ ਦੇ ਬਾਰੇ ਦੱਸਿਆ ਜਾਵੇਗਾ। ਹਰ ਅਪਾਇੰਟਮੈਂਟ ਦੇ ਲਈ 45 ਮਿੰਟ ਹੀ ਮਿਲਣਗੇ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਮੋਟਰਸਾਈਕਲ ਸਕਿੱਲਸ ਟੈਸਟ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਔਨਲਾਈਨ ਜਾਂ ਫਿਰ ਫੋਨ ਕਰਕੇ 1800 950 1498 ਦੇ ਉੱਤੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਇਸ ਦੌਰਾਨ ICBC ਵੱਲੋਂ ਨੌਲੇਜ ਟੈਸਟ ਜੋ ਲਏ ਜਾ ਰਹੇ ਨੇ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਹੀ ਹੈ ਕਿ ਜਿਹੜੀਆਂ ਮੁੱਖ ਗੱਲਾਂ ਨੇ ਕਿ ਉਹ ਹਰ ਇੱਕ ਦੇ ਲਈ ਨਹੀਂ ਨੇ। ਜੋ ਪਹਿਲੀ ਵਾਰ ਅਪਲਾਈ ਕਰ ਰਹੇ ਨੇ ਲਰਨਰ ਲਾਇਸੈਂਸ ਦੇ ਵਾਸਤੇ, ਉਹਨਾਂ ਦੇ ਵਾਸਤੇ ਇਹ ਟੈਸਟ ਨਹੀਂ ਨੇ। ਜਿਨ੍ਹਾਂ ਦੇ ਲਰਨਰ ਲਾਇਸੈਂਸ ਐਕਸਪਾਇਰ ਹੋਣ ਵਾਲੇ ਨੇ ਜਾਂ ਹੋ ਗਏ ਨੇ ਉਹ ਟੈਸਟ ਦੇ ਸਕਦੇ ਨੇ। ਜੋ ਮੋਟਰਸਾਈਕਲ ਸਕਿੱਲ ਟੈਸਟ ਹੈ ਉਹਦੇ ਵਿੱਚ ਵੀ ਇਹੋ ਚੀਜ਼ ਲਾਗੂ ਹੁੰਦੀ ਹੈ। ਇਸ ਦੇ ਨਾਲ ਹੀ ਜੋ ਨਵੇਂ ਆਏ ਨੇ ਜਾਂ ਫਿਰ ਜੋ ਕਮਰਸ਼ੀਅਲ ਨੇ ਉਹ ਜੋ ਜਾਂ ਫਿਰ 에ਅਰ ਬ੍ਰੇਕਸ ਦੇ ਨੇ ਜਾਂ ਫਿਰ ਹੈਵੀ ਟ੍ਰੇਲਰ ਦੇ ਵਾਸਤੇ ਨੇ ਉਹ ਨੌਲੇਜ ਟੈਸਟ ਦੇ ਸਕਦੇ ਨੇ, ਜਿਸ ਦੇ ਵਾਸਤੇ ਤੁਸੀਂ ਵੌਇਸਮੇਲ ਛੱਡਣਾ ਤੇ ਤੁਹਾਨੂੰ ਅਪਾਇੰਟਮੈਂਟ ਮਿਲ ਜਾਵੇਗੀ। 4 ਮਈ ਤੋਂ ਚੁਣਿੰਦੇ ਦਫ਼ਤਰਾਂ ਦੇ ਵਿੱਚ ਇਹ ਮਿਲੇਗੀ ਤੇ 11 ਤੋਂ ਸਾਰੇ ਕਿਤੇ ਇਹ ਮੌਜੂਦ ਹੋਵੇਗਾ ਕਿ ਟੈਸਟ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਇਹ ਖਾਸ ਤੌਰ 'ਤੇ ਕਿਹਾ ਗਿਆ ਕਿ ਆਪਣਾ ਦੂਜਿਆਂ ਤੋਂ ਵਿੱਥ ਬਣਾ ਕੇ ਰੱਖਣ ਦਾ ਧਿਆਨ ਖਾਸ ਤੌਰ 'ਤੇ ਰੱਖਿਆ ਜਾਵੇ ਜਦੋਂ ਟੈਸਟ ਦੇਣ ਵੀ ਆਉਣਾ ਹੈ। ਤੇ ਇਸ ਦੇ ਨਾਲ ਹੀ ਜੇਕਰ ਕੋਈ ਹੋਰ ਐਲਾਨ ਇਸ ਦੇ ਬਾਰੇ ਕੀਤਾ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ। ਅੱਜ ਤੋਂ ਵੇਜ ਸਬਸਿਡੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ, ਜਿਸ ਦੇ ਵਿੱਚ ਕਾਮਿਆਂ ਦੀ ਤਨਖਾਹ ਦੇ ਵਿੱਚ ਮਦਦ ਕੀਤੀ ਜਾਵੇਗੀ, ਜਿਸ ਦਾ
75% ਤੱਕ ਹਿੱਸਾ ਸਰਕਾਰ ਦੇ ਵੱਲੋਂ ਸਬਸਿਡੀ ਤਹਿਤ ਮਦਦ ਵਿੱਚ ਦਿੱਤਾ ਜਾਵੇਗਾ। ਪਰ ਇਸ ਦੌਰਾਨ ਖਾਸ ਤੌਰ ਦੇ ਉੱਤੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ, ਜਿਸ ਦੇ ਵਿੱਚ ਉਹਨਾਂ ਨੇ ਅਹਿਮ ਗੱਲਾਂ ਇਸ ਦੇ ਬਾਰੇ ਸਾਂਝੀਆਂ ਕੀਤੀਆਂ ਤਾਂ ਨਾਲ ਹੀ ਇਸ ਵੇਜ ਸਬਸਿਡੀ ਦੇ ਨਾਲ ਜੁੜੀ ਹੋਈਆਂ ਹਦਾਇਤਾਂ ਵੀ ਸਾਂਝੀਆਂ ਕੀਤੀਆਂ ਕਿ ਆਖਿਰ ਕੌਣ ਇਸ ਦੇ ਵਾਸਤੇ ਅਪਲਾਈ ਕਰ ਸਕਦਾ ਹੈ ਤੇ ਕੌਣ ਨਹੀਂ। ਇਸ ਦੇ ਵਿੱਚ ਅਹਿਮ ਗੱਲ ਇਹ ਵੀ ਹੈ ਕਿ ਜਿਹੜੇ ਬਿਜ਼ਨਸ ਤੇ ਉਹਨਾਂ ਦੀ ਕਮਾਈ 30% ਤੱਕ ਘੱਟ ਹੋ ਗਈ ਹੈ ਕੋਵਿਡ-19 ਦੇ ਕਰਕੇ, ਉਹ ਹੀ ਇਸ ਦੇ ਵਾਸਤੇ ਅਪਲਾਈ ਕਰ ਸਕਦੇ ਨੇ, ਉਹਨਾਂ ਨੂੰ ਮਦਦ ਮਿਲੇਗੀ। ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਵੀ ਹੈ ਕਿ ਜਿਹੜੇ ਕੰਮ CERB ਜੋ ਐਮਰਜੈਂਸੀ ਫੰਡ ਹੈ ਸਰਕਾਰ ਵੱਲੋਂ ਉਹ ਲੈ ਰਹੇ ਨੇ, ਉਹਨਾਂ ਨੂੰ ਵੇਜ ਸਬਸਿਡੀ ਨਹੀਂ ਮਿਲੇਗੀ। ਯਾਨੀ ਕਿ ਦੋਵਾਂ ਵਿੱਚੋਂ ਇੱਕ ਚੀਜ਼ ਹੀ ਲਈ ਜਾ ਸਕਦੀ ਹੈ, ਦੋਵੇਂ ਚੀਜ਼ਾਂ ਨਹੀਂ ਲਈਆਂ ਜਾ ਸਕਦੀਆਂ, ਜੋ ਕਿ ਸਹੀ ਨਹੀਂ ਹੈ। ਇਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ 7 ਮਈ ਤੱਕ ਇਸ ਦੀ ਪਹਿਲੀ ਪੇਮੈਂਟ ਆ ਜਾਵੇਗੀ। 7 ਮਈ ਤੱਕ ਜਿਹੜੇ ਵੀ ਬਿਜ਼ਨੈਸਿਸ ਨੇ ਵੇਜ ਸਬਸਿਡੀ ਵਾਸਤੇ ਅਪਲਾਈ ਕੀਤਾ ਹੈ, ਉਹਨਾਂ ਨੂੰ ਜੋ ਪੇਮੈਂਟ ਸਰਕਾਰ ਵੱਲੋਂ ਆਉਣੀ ਹੈ ਉਹ ਆਉਣੀ ਸ਼ੁਰੂ ਹੋ ਜਾਵੇਗੀ। ਇਹ ਸਬਸਿਡੀ 3 ਮਹੀਨੇ ਲਈ ਹੋਵੇਗੀ, ਜੋ ਕਿ ਮਾਰਚ 15 ਤੋਂ ਲਾਗੂ ਹੋਈ ਹੋਵੇਗੀ। ਇਸ ਦੇ ਨਾਲ ਹੀ ਹਰ ਕਾਮੇ ਵਾਸਤੇ $847 ਤੱਕ ਹਰ ਹਫ਼ਤੇ ਦਾ ਮਿਲੇਗਾ। ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਜ਼ਨੈਸਿਸ ਨੂੰ ਕਿਹਾ ਕਿ ਉਹ ਆਪਣੇ ਡਾਇਰੈਕਟ ਡਿਪੋਜ਼ਿਟ ਸੈੱਟ ਕਰ ਲੈਣ, ਜਿਸ ਦੇ ਨਾਲ ਕੀ ਹੋਵੇਗਾ ਕਿ ਉਹਨਾਂ ਨੂੰ ਪੈਸੇ ਮਿਲਣ ਦੇ ਵਿੱਚ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ। ਸਰਕਾਰ ਵੱਲੋਂ ਐਲਾਨਿਆ ਗਿਆ ਮਦਦ ਦੇ ਵਾਸਤੇ ਬਿਜ਼ਨਸਿਸ ਦੇ ਲਈ ਇਹ ਵੇਜ ਸਬਸਿਡੀ ਦਾ ਜੋ ਪ੍ਰੋਗਰਾਮ ਹੈ ਇਹ $73 ਬਿਲੀਅਨ ਦਾ ਹੈ। ਅਤੇ ਇਸ ਦੇ ਲਈ ਜਿਵੇਂ ਕਿ ਸੋਮਵਾਰ ਸਵੇਰੇ 6 ਵਜੇ ਤੋਂ ਇਹ ਪ੍ਰੋਗਰਾਮ ਖੁੱਲ੍ਹ ਗਿਆ ਸੀ। ਇਸ ਦੇ ਵਾਸਤੇ ਅਪਲਾਈ ਕਰਨ ਲਈ ਜਿਹੜੀਆਂ ਅਰਜ਼ੀਆਂ ਗਈਆਂ ਨੇ, ਜਦੋਂ ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਦੋਂ ਤੱਕ 10,000 ਬਿਜ਼ਨਸ ਇਸ ਵਾਸਤੇ ਅਪਲਾਈ ਕਰ ਵੀ ਚੁੱਕੇ ਸਨ। Bonjour à tous. From coast to coast to coast, there are Canadians working long hours to keep each other safe and keep our country moving. But for everyone putting in an extra shift right now, there's someone else who wants to work but can't. Maybe you've been laid off because of the pandemic. Maybe you still have a job but aren't sure if your employer is going to keep you around next month. Whatever your situation may be, we're in your corner. Earlier this month, we introduced the Canada Emergency Wage Subsidy to help protect your job or help you get back to work. And as of this morning, applications for this program have opened. Employers can now submit a claim for the Canada Emergency Wage Subsidy through the Canada Revenue Agency. To access the 75% wage subsidy for your employees, go online through canada.ca to reach this portal. Whether you're a charity that employs 200 people or a fast-growing startup that employs just 20, you will be eligible to up to $847 per week per employee. And you can expect to see this money soon. The CRA has partnered with financial institutions, so make sure you register for direct deposit to get your money quickly. The first payments should begin to arrive on May the 7th. For organizations like Focus on Nature, who sent me a letter last week, that's huge. Because of COVID-19, this charity from Guelph would have been forced to lay off all of their staff. But thanks to the wage subsidy, they can now keep their employees on the payroll and keep teaching kids about nature. And there are so many more stories just like this one. There have been over 300,000 views of the online calculator we launched last week to help businesses prepare a claim. And since the portal opened at 6 a.m. this morning, almost 10,000 businesses have already applied for it. That gives you a sense of just how many people this program will help. Right across the country, it's going to keep businesses and workers connected. And that gives people certainty that they'll have a job now and in the months to come to support themselves and their family. And it means employers will not just have the help to stay afloat through the tough time, but they'll be ready to gear back up when things get better. We all know a local salon or a gym that's had to close, a neighborhood restaurant or shop that's really struggling. And more importantly, we all know people who work there. They deserve a hand to get through this, and that's what the wage subsidy is for. ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋਏ ਮਰੀਜ਼, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਹੋ ਗਏ ਨੇ ਠੀਕ।
ਸਰੀ ਤੋਂ ਇੱਕ ਵਾਲਮਾਰਟ ਦੇ ਕਾਮੇ ਨੂੰ ਪਾਇਆ ਗਿਆ। ਕਰੋਨਾ ਵਾਇਰਸ ਤੋਂ ਪੀੜਤ ਇੱਕ ਲੋਕਲ ਅਖਬਾਰ ਨੂੰ ਵਾਲਮਾਰਟ ਨੇ ਕੀਤੀ ਇਸ ਦੀ ਪੁਸ਼ਟੀ। ਦੱਸਾਂਗੇ ਓਨਟਾਰੀਓ ਵਿੱਚ ਕਿੱਥੇ ਖੇਤੀਬਾੜੀ ਕਾਮਿਆਂ ਦਰਮਿਆਨ ਫੈਲਿਆ ਕਰੋਨਾ ਵਾਇਰਸ। ਹੁਣ ਤੱਕ ਇੱਕੋ ਥਾਂ ਤੋਂ 40 ਕਾਮਿਆਂ ਨੂੰ ਹੋਇਆ ਕੋਵਿਡ-19। ਕੋਵਿਡ-19 ਦੌਰਾਨ ਜਿੱਥੇ ਘਰਾਂ ਵਿੱਚ ਹਨ ਜ਼ਿਆਦਾ ਲੋਕ ਤਾਂ ਗੈਰ ਕਾਨੂੰਨੀ ਤੌਰ ਤੇ ਘਰ ਦਾ ਸਮਾਨ ਸੁੱਟਣ 'ਚ ਵੱਡੇ ਪੱਧਰ ਤੇ ਵਾਧਾ। ਦੱਸਾਂਗੇ ਇਸ ਤਰ੍ਹਾਂ ਗੰਦਗੀ ਫੈਲਾਉਣ ਵਾਲਿਆਂ ਦੇ ਲਈ ਕੀ ਹਦਾਇਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਫਲੂ ਵਰਗੇ ਲੱਛਣ ਹੋਣ ਤੇ ਵੀ ਹੋਵੇਗਾ ਕੋਵਿਡ-19 ਦਾ ਟੈਸਟ। ਦੱਸਾਂਗੇ ਸਿਹਤ ਵਿਭਾਗ ਨੇ ਹੋਰ ਕੀ ਕੁਝ ਕਿਹਾ। ਮੈਟਰੋ ਵੈਨਕੂਵਰ ਤੇ ਐਲਬਰਟਾ ਤੋਂ ਚੋਰੀ ਹੋਏ ਸਮਾਨ ਦੀ ਬਰਾਮਦਗੀ। ਪੁਲਿਸ ਨੇ ਮਾਲਕਾਂ ਤੱਕ ਗਹਿਣੇ, ਸਿੱਕੇ ਤੇ ਹੋਰ ਸਮਾਨ ਪਹੁੰਚਾਉਣ ਲਈ ਵੈਬ ਪੇਜ ਬਣਾਇਆ। ਸਰੀ ਵਿੱਚ ਇੱਕ ਘਰ ਅੰਦਰੋਂ ਪੁਲਿਸ ਨੂੰ ਮਿਲਿਆ ਨਸ਼ਾ ਤੇ ਕੈਸ਼। ਦੱਸਾਂਗੇ ਹੋਰ ਜਾਣਕਾਰੀ। ICBC ਨੇ ਕੀਤਾ ਨੌਲੇਜ ਟੈਸਟ ਲੈਣ ਦਾ ਐਲਾਨ। ਦੱਸਾਂਗੇ ਕਿਵੇਂ ਕਰ ਸਕਦੇ ਹੋ ਟੈਸਟ ਬੁੱਕ ਤੇ ਕਿਸ ਦੀ ਹੋ ਜਾਵੇਗੀ ਟੈਸਟ ਦੀ ਫੀਸ ਮੁਆਫ। ਸਿਟੀ ਆਫ ਐਡਮੰਟਨ ਨੇ ਅੱਜ ਕੀਤਾ ਐਲਾਨ 900 ਹੋਰ ਕਾਮਿਆਂ ਨੂੰ ਕੰਮ ਤੋਂ ਹਟਾਇਆ ਗਿਆ। ਸੁਣਾਵਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕੀਤੇ ਖਾਸ ਐਲਾਨ ਤੇ ਕੀ ਦਿੱਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।